Hello students, I am Sukhvinder Kaur from Department of Economics, GGDST College हरियाणा ਹੁਸ਼ਿਆਰਪੁਰ। ਅੱਜ ਦੇ ਇਸ ਲੈਕਚਰ ਵਿੱਚ ਅਸੀਂ ਟੌਪਿਕ ਜੋ ਕਰਨ ਜਾ ਰਹੇ ਹਾਂ ਉਹ ਹੈ ਕੈਪੀਟਲ ਫਾਰਮੇਸ਼ਨ ਦੀ ਪ੍ਰਕਿਰਿਆ, ਪ੍ਰੋਸੈਸ ਆਫ ਕੈਪੀਟਲ ਫਾਰਮੇਸ਼ਨ, ਪੂੰਜੀ ਨਿਰਮਾਣ, ਕੈਪੀਟਲ ਫਾਰਮੇਸ਼ਨ ਦੀ ਪ੍ਰਕਿਰਿਆ, ਪੂੰਜੀ ਨਿਰਮਾਣ ਦੀ ਪ੍ਰਕਿਰਿਆ, ਪੂੰਜੀ ਨਿਰਮਾਣ, ਕੈਪੀਟਲ ਫਾਰਮੇਸ਼ਨ। ਇਹ ਟੌਪਿਕ ਅਸੀਂ ਪਿਛਲੇ 3 ਲੈਕਚਰਸ ਦੇ ਵਿੱਚ ਕੀਤਾ ਅਤੇ ਅੱਜ ਇਸ ਦਾ ਚੌਥਾ ਅਤੇ ਲਾਸਟ ਲੈਕਚਰ ਹੈ ਇਸ ਟੌਪਿਕ ਦੇ ਲਈ। ਕੱਲ੍ਹ ਅਸੀਂ ਨਵਾਂ ਟੌਪਿਕ ਸ਼ੁਰੂ ਕਰਾਂਗੇ। ਕੈਪੀਟਲ ਫਾਰਮੇਸ਼ਨ ਜਿਸ ਤਰ੍ਹਾਂ ਸਿੰਪਲ ਵਰਡਸ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ, ਕਿਉਂਕਿ ਟੈਕਨੀਕਲ ਵਰਡਸ ਦੇ ਵਿੱਚ, ਟੈਕਨੀਕਲ ਟਰਮਸ ਦੇ ਵਿੱਚ ਉਸਨੂੰ ਕੀ ਕਹਿੰਦੇ ਨੇ, ਇਹ ਆਪਾਂ ਫਸਟ ਲੈਕਚਰ ਦੇ ਵਿੱਚ ਕਰ ਲਿਆ ਸੀ। ਕੈਪੀਟਲ ਫਾਰਮੇਸ਼ਨ ਕੀ ਹੈ? ਜਦੋਂ ਅਸੀਂ ਆਪਣੀਆਂ ਸੇਵਿੰਗਸ ਨੂੰ ਉਹਨਾਂ ਕੈਪੀਟਲ ਗੁੱਡਸ ਦੇ ਸਟਾਕ ਨੂੰ ਇਕੱਠਾ ਕਰਨ ਦੇ ਵਿੱਚ ਖਰਚ ਕਰਦੇ ਹਾਂ ਜਿਨ੍ਹਾਂ ਦੇ ਨਾਲ ਉਤਪਾਦਨ ਦੇ ਵਿੱਚ ਵਾਧਾ ਹੋ ਜਾਏ, ਉਸ ਨੂੰ ਕੈਪੀਟਲ ਫਾਰਮੇਸ਼ਨ ਕਹਿੰਦੇ ਨੇ। ਕੈਪੀਟਲ ਫਾਰਮੇਸ਼ਨ ਦੀ ਇੰਪੋਰਟੈਂਸ ਕੀ ਆ ਇਕੋਨਮੀ ਦੇ ਲਈ? ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਕੈਪੀਟਲ ਫਾਰਮੇਸ਼ਨ ਘੱਟ ਹੁੰਦੀ ਹੈ, ਉਹਦੇ ਕੀ ਕਾਰਨ ਨੇ? ਕੈਪੀਟਲ ਫਾਰਮੇਸ਼ਨ ਅੰਡਰ ਡਿਵੈਲਪਮੈਂਟ ਕੰਟਰੀਜ਼ ਦੇ ਵਿੱਚ ਵੱਧ ਜਾਏ, ਉਸ ਦੇ ਲਈ ਕੀ ਸੁਝਾਅ ਨੇ, ਕੀ ਉਪਾਅ ਨੇ? ਇਹ ਸਾਰੇ ਆਪਾਂ ਲਾਸਟ ਲੈਕਚਰਸ ਦੇ ਵਿੱਚ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਕਰਾਂਗੇ ਕੈਪੀਟਲ ਫਾਰਮੇਸ਼ਨ ਦੀ ਪ੍ਰੋਸੈਸ, ਪ੍ਰਕਿਰਿਆ। ਕੈਪੀਟਲ ਫਾਰਮੇਸ਼ਨ ਹੁੰਦੀ ਕਿਸ ਤਰ੍ਹਾਂ ਹੈ? ਇਹ ਤਾਂ ਆਪਾਂ ਕਹਿ ਦਿੱਤਾ ਕਿ ਸੇਵਿੰਗ ਆ ਜਿਹੜੀ ਉਹਦੇ ਥਰੂ ਹੁੰਦੀ ਹੈ, ਸੇਵਿੰਗ ਆਪਾਂ ਇਨਵੈਸਟ ਕਰਦੇ ਹਾਂ, ਪਰ ਫਿਰ ਵੀ ਉਹ ਪ੍ਰੋਸੈਸ ਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਅਤੇ ਪੂੰਜੀ ਨਿਰਮਾਣ ਦੀ ਜਿਹੜੀ ਪ੍ਰਕਿਰਿਆ ਆ ਇਹ 2 ਚੀਜ਼ਾਂ 'ਤੇ ਨਿਰਭਰ ਕਰਦੀ ਹੈ। ਇੱਕ ਹੈਗੀ ਆ ਪੂੰਜੀ ਦੀ ਪੂਰਤੀ, ਸਪਲਾਈ ਆਫ ਕੈਪੀਟਲ, ਅਤੇ ਦੂਸਰਾ ਹੈਗਾ ਪੂੰਜੀ ਦੀ ਮੰਗ, ਡਿਮਾਂਡ ਆਫ ਕੈਪੀਟਲ, ਜਾਂ ਫਿਰ ਇਸ ਨੂੰ ਅਸੀਂ ਇਨਵੈਸਟ ਵੀ ਕਹਿ ਸਕਦੇ ਹਾਂ, ਇਨਵੈਸਟਮੈਂਟ ਵੀ ਕਹਿ ਸਕਦੇ ਹਾਂ, ਡਿਮਾਂਡ ਆਫ ਕੈਪੀਟਲ ਔਰ ਇਨਵੈਸਟਮੈਂਟ ਵੀ ਕਹਿ ਸਕਦੇ ਹਾਂ। ਅਤੇ ਇਹਨਾਂ ਦੋਨਾਂ 'ਤੇ ਨਿਰਭਰ ਕਰਦੀ ਆ। ਇਹਨਾਂ ਦੋਨਾਂ ਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਪੂੰਜੀ ਦੀ ਪੂਰਤੀ, ਸਪਲਾਈ ਆਫ ਕੈਪੀਟਲ। ਹੁਣ ਪੂੰਜੀ ਨਿਰਮਾਣ ਦੀ ਅਸੀਂ ਗੱਲ ਕਰਦੇ ਹਾਂ ਕਿ ਪੂੰਜੀ ਨਿਰਮਾਣ ਹੋਏਗਾ, ਪੂੰਜੀ ਦੀ ਜਿਹੜੀ ਫਾਰਮੇਸ਼ਨ ਹੈ ਕੈਪੀਟਲ ਦੀ ਹੋਏਗੀ, ਕੈਪੀਟਲ ਫਾਰਮੇਸ਼ਨ ਹੋਏਗੀ, ਪਰ ਕਿਸ ਤਰ੍ਹਾਂ ਹੋਏਗੀ? ਜਦੋਂ ਪਹਿਲਾਂ ਕੈਪੀਟਲ ਦੀ ਸਪਲਾਈ ਹੋਵੇ, ਪੂਰਤੀ ਹੋਵੇ, ਅਤੇ ਪੂਰਤੀ 'ਤੇ ਨਿਰਭਰ ਕਰਦੀ ਆ। ਅਤੇ ਪੂੰਜੀ ਦੀ ਪੂਰਤੀ ਕਿੱਥੋਂ ਹੋਏਗੀ? ਕੈਪੀਟਲ ਫਾਰਮੇਸ਼ਨ ਤਾਂ ਕੀ ਹੈ ਕਿ ਕੈਪੀਟਲ ਗੁੱਡਸ ਜਿਹੜੀਆਂ ਉਹਨਾਂ ਦੇ ਸਟਾਕ ਦੇ ਵਿੱਚ ਵਾਧਾ ਹੋ ਜਾਏ। ਕੈਪੀਟਲ ਗੁੱਡਸ ਦੇ ਸਟਾਕ ਦੇ ਵਿੱਚ ਵਾਧਾ ਕਦੋਂ ਹੋਏਗਾ? ਜਦੋਂ ਕੈਪੀਟਲ ਗੁੱਡਸ ਦੀ ਸਪਲਾਈ ਹੋਵੇ। ਅਤੇ ਕੈਪੀਟਲ ਗੁੱਡਸ ਦੀ ਸਪਲਾਈ ਕਦੋਂ ਹੋਏਗੀ? ਜਦੋਂ ਕੀ ਹੋਵੇ? ਜਦੋਂ ਪਹਿਲਾਂ ਸੇਵਿੰਗ ਹੋਵੇ। ਸੇਵਿੰਗ ਜੇਕਰ ਜ਼ਿਆਦਾ ਹੋਏਗੀ ਤਾਂ ਬਿਨਾਂ ਸ਼ੱਕ ਪੂੰਜੀ ਨਿਰਮਾਣ ਦੀ ਜਿਹੜੀ ਸੰਭਾਵਨਾ ਉਨੀ ਜ਼ਿਆਦਾ ਹੋਏਗੀ। ਅਤੇ ਪੂੰਜੀ ਨਿਰਮਾਣ ਪ੍ਰਤੱਖ ਰੂਪ ਦੇ ਨਾਲ, ਪੂੰਜੀ ਦੀ ਪੂਰਤੀ ਹੈ ਜਿਹੜੀ ਪ੍ਰਤੱਖ ਰੂਪ ਦੇ ਨਾਲ ਡਿਪੈਂਡ ਕਰਦੀ ਹੈ ਇੱਕ ਤਾਂ ਸੇਵਿੰਗਸ ਦੇ ਉੱਪਰ, ਬੱਚਤਾਂ 'ਤੇ, ਅਤੇ ਦੂਸਰਾ ਮੋਬਲਾਈਜ਼ ਆਫ ਸੇਵਿੰਗ, ਮੋਬਲਾਈਜੇਸ਼ਨ ਆਫ ਸੇਵਿੰਗਸ, ਬੱਚਤਾਂ ਦੇ ਇਕੱਠੀਕਰਨ 'ਤੇ। ਕਿਉਂਕਿ ਪੂੰਜੀ ਨਿਰਮਾਣ ਦੇ ਲਈ, ਕੈਪੀਟਲ ਫਾਰਮੇਸ਼ਨ ਦੇ ਲਈ ਇਨਵੈਸਟਮੈਂਟ ਜ਼ਰੂਰੀ ਹੈ, ਅਤੇ ਇਨਵੈਸਟਮੈਂਟ ਲਈ ਕੈਪੀਟਲ ਦਾ ਮੋਬਲਾਈਜ਼ ਹੋਣਾ, ਉਸ ਦਾ ਇਕੱਠਾਕਰਨ ਕਰਨਾ, ਉਸ ਨੂੰ ਇੱਕ ਜਗ੍ਹਾ 'ਤੇ ਕਲੈਕਟ ਕਰਨਾ, ਇਹ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸੇਵਿੰਗ ਦੀ ਗੱਲ ਕਰਦੇ ਹਾਂ। ਸੇਵਿੰਗ ਹੁੰਦੀ ਕੀ ਆ? ਆਮਦਨ ਦਾ ਉਹ ਹਿੱਸਾ ਜੋ ਅਸੀਂ ਖਰਚ ਨਹੀਂ ਕਰਦੇ। ਜਿੱਦਾਂ ਆਪਾਂ ਪਹਿਲੀਆਂ ਕਲਾਸਾਂ ਦੇ ਵਿੱਚ ਇਹ ਦੇਖ ਚੁੱਕੇ ਹਾਂ, ਫਸਟ ਸਮੈਸਟਰ ਦੇ ਵਿੱਚ ਹੀ ਗੱਲ ਕੀਤੀ ਆਪਾਂ, ਸੈਕਿੰਡ ਦੇ ਵਿੱਚ ਵੀ ਕੀਤੀ, ਸਾਰੀ ਜਗ੍ਹਾ ਆਪਾਂ ਇਹ ਗੱਲ ਕਰ ਚੁੱਕੇ ਹਾਂ, ਬਾਰ-ਬਾਰ ਗੱਲ ਕਰ ਚੁੱਕੇ ਹਾਂ ਕਿ ਕਲਾਸੀਕਲ ਇਕੋਨਮਿਸਟ ਜਿਹੜੇ ਹੈਗੇ ਆ ਉਹਨਾਂ ਨੇ ਕੀ ਕਿਹਾ ਕਿ ਜਿਹੜੀ ਇਨਕਮ ਆ ਉਹ ਜਾਂ ਤਾਂ ਤੁਸੀਂ ਕੰਜ਼ਿਊਮ ਕਰਦੇ ਹੋ ਜਾਂ ਫਿਰ ਸੇਵ ਕਰਦੇ ਹੋ। ਇਸ ਲਈ ਉਹਨਾਂ ਨੇ ਕੀ ਕਿਹਾ ਸੀ? ਇਨਕਮ ਇਜ਼ ਇਕੁਅਲ ਟੂ ਕੰਜੰਪਸ਼ਨ ਪਲੱਸ ਸੇਵਿੰਗ। ਵਾਈ ਇਨਕਮ ਦੇ ਨੂੰ ਡਿਨੋਟ ਕਰਨ ਦੇ ਲਈ ਵਾਈ ਯੂਜ਼ ਕੀਤੀ ਸੀ ਉਹਨਾਂ ਨੇ, ਵਾਈ ਨਾਲ ਡਿਨੋਟ ਕੀਤਾ ਇਨਕਮ ਨੂੰ, ਕੰਜੰਪਸ਼ਨ ਲਈ ਸੀ ਯੂਜ਼ ਕੀਤੀ, ਸੇਵਿੰਗ ਲਈ ਐਸ। ਅਤੇ ਉਹਨਾਂ ਨੇ ਕੀ ਕਿਹਾ? ਵਾਈ ਇਜ਼ ਇਕੁਅਲ ਟੂ ਸੀ ਪਲੱਸ ਐਸ। ਕੀ ਕਿਹਾ ਸੀਗਾ ਕਲਾਸੀਕਲ ਇਕੋਨਮਿਸਟਸ ਨੇ? ਮੈਂ ਥੋੜ੍ਹਾ ਜਿਹਾ ਇੱਥੇ ਦੱਸਣਾ ਚਾਹੁੰਦੀ ਹਾਂ। ਉਹ ਕਹਿੰਦੇ ਸੀਗੇ ਵਾਈ ਮੀਨਜ਼ ਇਨਕਮ ਇਜ਼ ਇਕੁਅਲ ਟੂ ਕੰਜੰਪਸ਼ਨ ਪਲੱਸ ਸੇਵਿੰਗ। ਹੁਣ ਸੇਵਿੰਗ ਕੀ ਹੈ? ਫਿਰ ਸੇਵਿੰਗ ਕੀ ਹੈ? ਇਨਕਮ ਦਾ ਉਹ ਹਿੱਸਾ ਜੋ ਕੰਜ਼ਿਊਮ ਨਹੀਂ ਹੋਇਆ, ਮੀਨਜ਼ ਇਨਕਮ ਦੇ ਵਿੱਚੋਂ ਤੁਸੀਂ ਕੰਜੰਪਸ਼ਨ ਘਟਾ ਦੋਗੇ ਅਤੇ ਜੋ ਬਾਕੀ ਹਿੱਸਾ ਬਚਿਆ ਉਹ ਕੀ ਆ? ਸੇਵਿੰਗ। ਅਤੇ ਸੇਵਿੰਗ ਜਿੰਨੀ ਜ਼ਿਆਦਾ ਹੋਏਗੀ ਇਨਵੈਸਟਮੈਂਟ ਦੇ ਚਾਂਸਸ, ਦੈਨ ਉਸ ਤੋਂ ਬਾਅਦ ਕੈਪੀਟਲ ਫਾਰਮੇਸ਼ਨ ਦੇ ਚਾਂਸਸ ਜ਼ਿਆਦਾ ਹੋਣਗੇ, ਕੈਪੀਟਲ ਫਾਰਮੇਸ਼ਨ ਜ਼ਿਆਦਾ ਹੋਏਗੀ। ਸੇਵਿੰਗਸ ਨੂੰ ਪ੍ਰਮੋਟ ਕਰਨ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਆ।
ਇਹਦੇ ਲਈ ਵੱਧ ਤੋਂ ਵੱਧ ਇਸ ਤਰ੍ਹਾਂ ਦੀਆਂ ਸਕੀਮਸ ਆਉਣੀਆਂ ਚਾਹੀਦੀਆਂ, ਲਾਈਕ ਰੇਟ ਆਫ ਇੰਟਰਸਟ ਜ਼ਿਆਦਾ ਦੇ ਕੇ ਸੇਵਿੰਗ ਲਈ ਤੁਹਾਨੂੰ ਅਟਰੈਕਟ ਕੀਤਾ ਜਾ ਸਕੇ ਆਮ ਲੋਕਾਂ ਨੂੰ, ਜਾਂ ਫਿਰ ਨਵੀਆਂ ਸਕੀਮਾਂ ਲਿਆ ਕੇ, ਸਮੋਲ ਸੇਵਿੰਗਸ ਦੀਆਂ ਸਕੀਮਾਂ ਲਿਆ ਕੇ, ਲਾਈਫ ਇੰਸ਼ੋਰੈਂਸ ਦੀ ਸਕੀਮ ਲਿਆ ਕੇ ਸੇਵਿੰਗ ਨੂੰ ਪ੍ਰਮੋਟ ਕੀਤਾ ਜਾਵੇ, ਤਾਂ ਜੋ ਜਿਹੜੀ ਕੈਪੀਟਲ ਫਾਰਮੇਸ਼ਨ ਆ ਉਹ ਪ੍ਰੋਸੈਸ ਆ ਜਿਹੜੀ, ਉਹ ਪ੍ਰਕਿਰਿਆ ਆ ਜਿਹੜੀ, ਉਹਦੇ ਵਿੱਚ ਤੇਜ਼ੀ ਆ ਸਕੇ। ਅਤੇ ਕੈਪੀਟਲ ਫਾਰਮੇਸ਼ਨ ਆ ਜਿਹੜੀ, ਇਹਦੇ ਲਈ ਜਿਹੜੀ ਸੇਵਿੰਗ ਆ ਇਹ ਦੋ ਤਰ੍ਹਾਂ ਹੋ ਸਕਦੀ ਹੈ, ਇੱਕ ਤਾਂ ਇੰਟਰਨਲ ਸੋਰਸਿਸ ਤੋਂ, ਇੱਕ ਐਕਸਟਰਨਲ ਸੋਰਸਿਸ ਤੋਂ। ਇੰਟਰਨਲ ਸੋਰਸਿਸ ਤੋਂ ਇਹ ਹੈ ਕਿ ਇੱਕ ਤਾਂ ਲੋਕਾਂ ਨੂੰ ਬੱਚਤਾਂ ਲਈ ਵਲੰਟਰਲੀ ਵੀ ਕਿਹਾ ਜਾ ਸਕਦਾ, ਵਲੰਟਰੀ ਉਹਨਾਂ ਨੂੰ ਇੱਛਾ ਨਾਲ ਬੱਚਤ ਕਰਨ ਲਈ ਕਿਹਾ ਜਾ ਸਕਦਾ। ਜੇ ਜ਼ਰੂਰਤ ਪਵੇ ਤਾਂ ਜਿਹੜੀ ਘਾਟੇ ਦੀ ਵਿੱਤ ਵਿਵਸਥਾ ਹੁੰਦੀ ਆ, ਜਿਹਦੇ ਵਿੱਚ ਅਸੀਂ ਲੋਨ ਲੈਂਦੇ ਹਾਂ ਜਾਂ ਨਿਊ ਕਰੰਸੀ ਜਿਹੜੀ ਆ ਉਹ ਛਾਪਣ ਦੇ ਲਈ ਰਿਕੁਐਸਟ ਕੀਤੀ ਜਾਂਦੀ ਰਿਜ਼ਰਵ ਬੈਂਕ ਆਫ ਇੰਡੀਆ ਨੂੰ, ਉਹ ਕੀਤੀ ਜਾ ਸਕਦੀ, ਮਤਲਬ ਕਿਸੇ ਵੀ ਦੇਸ਼ ਦੀ ਸੈਂਟਰਲ ਬੈਂਕ ਨੂੰ ਨਵੀਂ ਕਰੰਸੀ ਛਾਪਣ ਲਈ ਕਿਹਾ ਜਾ ਸਕਦਾ, ਨਵੀਂ ਕਰੰਸੀ ਛਾਪੀ ਜਾ ਸਕਦੀ ਆ। ਜਾਂ ਫਿਰ ਦੂਸਰਾ ਇਹ ਹੈ ਕਿ ਤੁਸੀਂ ਐਕਸਟਰਨਲ ਸੋਰਸਿਸ ਕਿਸੇ ਫੋਰਨ ਕੰਟਰੀ ਤੋਂ ਲੋਨ ਲੈ ਲਓਗੇ, ਉਹਦੇ ਨਾਲ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੈਗੀ ਆ ਇਨਵੈਸਟ ਦੇ ਲਈ, ਜਿਹੜੀ ਤੁਹਾਨੂੰ ਸੇਵਿੰਗਸ ਦੀ ਜ਼ਰੂਰਤ ਸੀਗੀ, ਜਿਹੜੀ ਤੁਹਾਨੂੰ ਮਨੀ ਦੀ ਜ਼ਰੂਰਤ ਸੀਗੀ, ਜਿਹੜੇ ਤੁਹਾਨੂੰ ਫੰਡਸ ਚਾਹੀਦੇ ਹੈਗੇ ਆ, ਉਹ ਤੁਹਾਨੂੰ ਆਸਾਨੀ ਦੇ ਨਾਲ ਜਿਹੜੇ ਆ ਉਹ ਅਵੇਲੇਬਲ ਹੋ ਜਾਣਗੇ, ਉਹ ਤੁਹਾਡੇ ਤੱਕ ਪਹੁੰਚ ਜਾਣਗੇ। ਅਤੇ ਸੈਕਿੰਡ ਜਿਹੜਾ ਤੁਸੀਂ ਫੋਰਨ ਕੰਟਰੀਜ਼ ਤੋਂ ਲੋਨ ਲੈ ਲਓ, ਅਤੇ ਫੋਰਨ ਕੰਟਰੀਜ਼ ਤੋਂ ਲੋਨ ਲੈਣ ਦੇ ਨਾਲ ਵੀ ਅਸੀਂ ਉਹਨਾਂ ਨੂੰ ਫਾਈਨਾਂਸ ਦੇ ਤੌਰ ਦੇ ਉੱਤੇ ਵਿਦੇਸ਼ੀ ਕਰਜ਼ਿਆਂ ਨੂੰ ਸੇਵਿੰਗ ਦੇ ਤੌਰ ਦੇ ਉੱਤੇ ਵਰਤ ਸਕਦੇ ਹਾਂ। ਅਤੇ ਇੱਕ ਤਰ੍ਹਾਂ ਦੇ ਨਾਲ ਉਹ ਵੀ ਇੱਕ ਸੇਵਿੰਗ ਜਿਹੜੀ ਅਸੀਂ ਦੂਸਰੇ ਦੇਸ਼ਾਂ ਤੋਂ ਇਕੱਠੀ ਕਰਦੇ ਹਾਂ, ਦੂਜੇ ਦੇਸ਼ਾਂ ਤੋਂ ਬੱਚਤ ਇਕੱਠੀ ਕਰਨੀ ਪੈਂਦੀ ਹੈ ਸਾਨੂੰ ਕਈ ਵਾਰ, ਜਦੋਂ ਸਾਡੇ ਆਪਣੇ ਇੰਟਰਨਲ ਸੋਰਸਿਸ ਤੋਂ ਪੋਸੀਬਲ ਨਾ ਹੋਵੇ ਜਾਂ ਇੰਟਰਨਲ ਸੋਰਸਿਸ ਦੀ ਸੇਵਿੰਗ ਹੈ ਜਿਹੜੀ ਉਹ ਘੱਟ ਰਹਿ ਜਾਏ। ਨੈਕਸਟ ਹੈਗਾ ਮੋਬਿਲਾਈਜੇਸ਼ਨ ਆਫ ਸੇਵਿੰਗ, ਬੱਚਤਾਂ ਦਾ ਇਕੱਠੀਕਰਨ। ਬੱਚਤਾਂ ਜਿਹੜੀਆਂ ਉਹ ਹਰ ਕੋਈ ਕਰ ਲੈਂਦਾ ਤਕਰੀਬਨ, ਕੋਈ ਥੋੜ੍ਹੀ ਕਰਦਾ ਹੈ, ਕੋਈ ਬਹੁਤੀ ਕਰਦਾ ਹੈ, ਚਾਹੇ ਸਕੀਮਸ ਤੋਂ ਅਟਰੈਕਟ ਹੋ ਕੇ ਕਰਦਾ, ਕਿਸੇ ਵੀ ਵਜ੍ਹਾ 'ਤੇ ਕਰਕੇ ਕਰਦਾ। ਬੱਚਤ ਇੱਕ ਵਾਰ ਕਲੈਕਟ ਹੋ ਗਈ ਤੁਹਾਡੀ, ਉਹਨੂੰ ਅਟਰੈਕਟ ਕਰ ਲਿਆ ਗਿਆ, ਚਾਹੇ ਫੋਰਸ ਬੱਚਤ ਹੋਈ ਤੁਹਾਡੀ, ਚਾਹੇ ਤੁਹਾਡੀ ਵਲੰਟਰੀ ਜਿਹੜੀ ਆ ਤੁਹਾਡੀ ਇੱਛਾ ਦੇ ਨਾਲ ਬੱਚਤ ਹੋਈ, ਬੱਚਤ ਹੋ ਗਈ, ਤਾਂ ਉਸਨੂੰ ਮੋਬਿਲਾਈਜ਼ ਕਿੱਦਾਂ ਕਰੇਗਾ? ਕਿਉਂਕਿ ਅਸੀਂ 100 ਲੋਕ ਬੱਚਤ ਕਰਦੇ ਹਾਂ ਤਾਂ 100 ਦੇ 100 ਲੋਕ ਅਸੀਂ ਇਨਵੈਸਟਰ ਨਹੀਂ ਹੁੰਦੇ, ਅਸੀਂ ਸਾਰੇ ਦੇ ਸਾਰੇ ਐਂਟਰਪ੍ਰੇਨਿਓਰ ਬਿਜ਼ਨਸਮੈਨ ਨਹੀਂ ਹੁੰਦੇ, ਕਿਉਂਕਿ ਸਾਰੇ ਦੇ ਸਾਰੇ ਲੋਕ ਜਿਹੜੇ ਆ ਉਹ ਰਿਸਕ ਲਵਰ ਨਹੀਂ ਹੁੰਦੇ। ਜਿਸ ਤਰ੍ਹਾਂ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ ਕਿ 3 ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਹੁੰਦੇ ਨੇ ਨਿਊਟਰਲ, ਇੱਕ ਹੁੰਦੇ ਰਿਸਕ ਲਵਰ, ਅਤੇ ਇੱਕ ਹੁੰਦੇ ਰਿਸਕ ਅਵਰਟਰ। ਰਿਸਕ ਅਵਰਟਰ ਜਿਹੜਾ ਹੁੰਦਾ, ਜੋਖਮ ਤੋਂ ਬਚਣ ਵਾਲਾ ਲੋਕ ਹੁੰਦੇ ਆ, ਉਹ ਇਨਵੈਸਟ ਨਹੀਂ ਕਰਦੇ। ਕਿਉਂਕਿ ਜਦੋਂ ਤੁਸੀਂ ਇਨਵੈਸਟ ਕਰਦੇ ਹੋ ਅਤੇ ਉਹਦੇ ਵਿੱਚ ਹਮੇਸ਼ਾ ਚਾਂਸਿਸ ਰਹਿੰਦੇ ਆ ਕਿ ਹੋ ਸਕਦਾ ਬੈਨੀਫਿਟ ਨਾ ਹੋਵੇ, ਅਤੇ ਇਸ ਲਈ ਜੋਖਮ ਉਠਾਉਣ ਵਾਲੇ, ਰਿਸਕ ਲੈਣ ਵਾਲੇ ਲੋਕ ਥੋੜ੍ਹੇ ਜਿਹੇ ਅਲੱਗ ਹੁੰਦੇ ਆ, ਉਹ ਥੋੜ੍ਹੇ ਅਲੱਗ ਲੋਕ ਹੁੰਦੇ ਆ, ਥੋੜ੍ਹੇ ਲੋਕ ਹੁੰਦੇ ਆ ਉਹ। ਇਸ ਲਈ ਸੇਵਿੰਗ ਨੂੰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਜਿਹੜੇ ਆ ਉਹ ਕਲੈਕਟ ਕਰਦੇ ਆ, ਦੈਨ ਜਿਹੜੇ ਲੋਕ ਰਿਸਕ ਲਵਰ ਹੈਗੇ ਆ, ਜਿਹੜੇ ਲੋਕ ਇਨਵੈਸਟ ਕਰਨਾ ਚਾਹੁੰਦੇ ਆ, ਉਹਨਾਂ ਤੱਕ ਪਹੁੰਚਾਉਂਦੇ ਆ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੇਵਿੰਗ ਨੂੰ ਮੋਬਿਲਾਈਜ਼ ਕਰਦੇ ਆ, ਸਾਰੇ ਲੋਕਾਂ ਦੀ ਸੇਵਿੰਗ ਉਹਨਾਂ ਲੋਕਾਂ ਤੱਕ ਪਹੁੰਚਾਈ ਜਾਂਦੀ ਆ, ਉਹਨਾਂ ਨੂੰ ਮਤਲਬ ਲੋਨ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਆ ਇਨਵੈਸਟ ਕਰਨ ਦੇ ਲਈ, ਜਿਹੜੇ ਲੋਕ ਰਿਸਕ ਲਵਰ ਹੈਗੇ ਆ, ਜਿਹੜੇ ਲੋਕ ਇਨਵੈਸਟ ਕਰਨ ਦੇ ਚਾਹਵਾਨ ਆ। ਨੈਕਸਟ ਹੈਗਾ ਜੀ, ਇਹ ਤਾਂ ਹੋ ਗਿਆ ਸਪਲਾਈ ਆਫ ਕੈਪੀਟਲ। ਨੈਕਸਟ ਪਾਰਟ ਜਿਹੜਾ ਹੈਗਾ ਉਹ ਹੈਗਾ ਡਿਮਾਂਡ ਫॉर ਕੈਪੀਟਲ। ਹੁਣ ਕੈਪੀਟਲ ਫਾਰਮੇਸ਼ਨ ਡਿਪੈਂਡਸ ਅਪੋਨ ਦੀ ਡਿਮਾਂਡ ਫॉर ਕੈਪੀਟਲ। ਡਿਮਾਂਡ ਕਾਹਦੇ ਲਈ ਕੀਤੀ ਜਾਂਦੀ ਹੈ ਕੈਪੀਟਲ ਦੀ? ਫॉर ਮੇਕਿੰਗ ਇਨਵੈਸਟਮੈਂਟ ਕਰਨ ਲਈ। ਜਦੋਂ ਤੱਕ ਸੇਵਿੰਗ ਇਨਵੈਸਟ ਨਹੀਂ ਹੋਏਗੀ, ਕੈਪੀਟਲ ਫਾਰਮੇਸ਼ਨ ਨਹੀਂ ਹੋ ਸਕਦੀ। ਜੇ ਆਪਾਂ ਕਹਿ ਦਈਏ ਜੀ ਕਿ ਸੇਵਿੰਗ ਨੂੰ ਅਸੀਂ ਪ੍ਰਮੋਟ ਕਰ ਦਿੱਤਾ, ਸੇਵਿੰਗ ਨੂੰ ਅਸੀਂ ਮੋਬਿਲਾਈਜ਼ ਕਰ ਦਿੱਤਾ, ਦੈਨ ਓਕੇ ਹੈ, ਇਸ ਤਰ੍ਹਾਂ ਨਹੀਂ ਹੋਏਗਾ। ਜਦੋਂ ਤੱਕ ਤੁਸੀਂ ਸੇਵਿੰਗ ਨੂੰ ਇਨਵੈਸਟ ਨਹੀਂ ਕਰੋਗੇ, ਜਦੋਂ ਤੱਕ ਸੇਵਿੰਗ ਪ੍ਰੋਪਰ ਚੈਨਲਸ ਦੇ ਥਰੂ ਪਹੁੰਚ ਕੇ ਬਿਜ਼ਨਸਮੈਨ ਤੱਕ ਪਹੁੰਚ ਕੇ ਦੈਨ ਅਲਟੀਮੇਟਲੀ ਉਹ ਇਨਵੈਸਟ ਨਹੀਂ ਹੁੰਦੀ, ਉਦੋਂ ਤੱਕ ਕੈਪੀਟਲ ਫਾਰਮੇਸ਼ਨ ਦੀ ਜਿਹੜੀ ਪ੍ਰੋਸੈਸ ਆ ਉਹ ਸਟਾਰਟ ਨਹੀਂ ਹੋਏਗੀ। ਕੈਪੀਟਲ ਫਾਰਮੇਸ਼ਨ ਨਹੀਂ ਹੋਏਗੀ, ਕੈਪੀਟਲ ਫਾਰਮੇਸ਼ਨ ਦੇ ਵਿੱਚ ਵਾਧਾ ਨਹੀਂ ਹੋਏਗਾ, ਕੈਪੀਟਲ ਗੁੱਡਸ ਦੇ ਵਿੱਚ ਵਾਧਾ ਨਹੀਂ ਹੋਏਗਾ। ਇਸ ਲਈ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਜੋਖਮ ਉਠਾਉਣ ਵਾਲੇ ਜਿਹੜੇ ਉਦਮੀ ਆ ਉਹਨਾਂ ਤੱਕ ਉਹ ਬੱਚਤਾਂ ਜਿਹੜੀਆਂ ਪਹੁੰਚਣ, ਅਤੇ ਉਹ ਉਚਿਤ ਢੰਗ ਦੇ ਨਾਲ ਨਿਸ਼ਚਿਤ ਰੂਪ ਦੇ ਵਿੱਚ ਉਹਨਾਂ ਦਾ ਜਿਹੜਾ ਨਿਵੇਸ਼ ਕਰਨ। ਨਿਵੇਸ਼ ਜਦੋਂ ਫਿਰ ਕੀਤਾ ਜਾਏਗਾ, ਫਿਰ ਤਾਂ ਪ੍ਰੋਸੈਸ ਤੁਹਾਡੀ ਸਟਾਰਟ ਹੈ। ਜਦੋਂ ਇੱਕ ਵਾਰ ਨਿਵੇਸ਼ ਕਰ ਦਿੱਤਾ ਜਾਏਗਾ ਤਾਂ ਬਿਨਾਂ ਸ਼ੱਕ ਰੁਜ਼ਗਾਰ ਦੇ ਵਿੱਚ ਵੀ ਵਾਧਾ ਹੋਏਗਾ, ਉਤਪਾਦਨ ਦੇ ਵਿੱਚ ਵੀ ਵਾਧਾ ਹੋਏਗਾ। ਜਦੋਂ ਰੁਜ਼ਗਾਰ ਵਧੇਗਾ ਤਾਂ ਉਹਦੇ ਨਾਲ ਕੀ ਹੋਏਗਾ? ਇਨਕਮ ਵਧੇਗੀ। ਜਦੋਂ ਇਨਕਮ ਵਧੇਗੀ ਤਾਂ ਨੈਕਸਟ ਟਾਈਮ ਜਿਹੜੀ ਸੇਵਿੰਗ ਆ ਉਹ ਆਪਣੇ ਆਪ ਉਹਦੇ ਵਿੱਚ ਹੌਲੀ ਹੌਲੀ ਇਨਕਮ ਵਧੂਗੀ ਤਾਂ ਸੇਵਿੰਗ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਏਗਾ, ਅਤੇ ਇਸ ਤਰ੍ਹਾਂ ਇੱਕ ਜਿਹੜੀ ਪ੍ਰੋਸੈਸ ਆ, ਪ੍ਰਕਿਰਿਆ ਸਟਾਰਟ ਹੋ ਜਾਏਗੀ। ਪਰ ਸ਼ੁਰੂ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਕੇਸਿਸ ਘੱਟ ਹੁੰਦੇ ਆ, ਮੀਨਸ ਜਦੋਂ
ਪ੍ਰੋਫਿਟ ਦੇ ਚਾਂਸਸ ਘੱਟ ਹੁੰਦੇ ਆ, ਉਸ ਵੇਲੇ ਪ੍ਰਾਈਵੇਟ ਸੈਕਟਰ ਇਨਵੈਸਟ ਨਹੀਂ ਕਰਦਾ, ਕਿਉਂਕਿ ਪ੍ਰਾਈਵੇਟ ਸੈਕਟਰ ਰਿਸਕ ਤੋਂ ਬਚਦਾ ਹੁੰਦਾ। ਇਹ ਨਹੀਂ ਕਿ ਪ੍ਰਾਈਵੇਟ ਸੈਕਟਰ ਰਿਸਕ ਨਹੀਂ ਲੈਂਦਾ, ਪਰ ਉਹਨਾਂ ਜਗ੍ਹਾ ਦੇ ਉੱਤੇ ਲਾਈਕ ਬੇਸਿਕ ਇਨਫਰਾਸਟਰਕਚਰ, ਜਿਹਨੂੰ ਅਸੀਂ ਸੋਸ਼ਲ ਓਵਰਹੈੱਡ ਕਾਸਟ ਕਹਿ ਦਿੰਦੇ ਹਾਂ, ਉਹਦੇ ਉੱਤੇ ਪ੍ਰਾਈਵੇਟ ਸੈਕਟਰ ਖਰਚ ਨਹੀਂ ਕਰਦਾ। ਪਰ ਸੋਸ਼ਲ ਓਵਰਹੈੱਡ ਕਾਸਟ ਆ ਜਿਹੜੀ ਬਹੁਤ ਜ਼ਰੂਰੀ ਹੁੰਦੀ ਆ ਕਿਸੇ ਵੀ ਕੈਪੀਟਲ ਫਾਰਮੇਸ਼ਨ ਦੇ ਲਈ, ਕਿਸੇ ਵੀ ਇਕਨੋਮਿਕ ਡਿਵੈਲਪਮੈਂਟ ਨੂੰ ਸਟਾਰਟ ਕਰਨ ਦੇ ਲਈ। ਲੋਹਾ ਇਸਪਾਤ, ਸਮਾਜਿਕ ਉਪਰੀ ਲਾਗਤਾਂ, ਬਿਜਲੀ, ਆਵਾਜਾਈ, ਸਿੰਚਾਈ ਦਾ ਵਿਕਾਸ, ਇਹਨਾਂ ਸਾਰਿਆਂ ਦੇ ਵਿੱਚ ਸਰਕਾਰ ਨੂੰ ਨਿਵੇਸ਼ ਕਰਨਾ ਪੈਂਦਾ। ਅਤੇ ਜਦੋਂ ਇਹ ਨਿਵੇਸ਼ ਇੱਕ ਵਾਰ ਸਰਕਾਰਾਂ ਕਰ ਦਿੰਦੀਆਂ ਅਤੇ ਉਸ ਤੋਂ ਬਾਅਦ ਪ੍ਰਾਈਵੇਟ ਸੈਕਟਰ ਫਿਰ ਇਨਵੈਸਟ ਕਰਨਾ ਸ਼ੁਰੂ ਕਰ ਦਿੰਦਾ, ਅਤੇ ਇੱਕ ਜਿਹੜੀ ਕੈਪੀਟਲ ਫਾਰਮੇਸ਼ਨ ਦੀ ਪ੍ਰੋਸੈਸ ਆ ਉਹ ਸਟਾਰਟ ਹੋ ਜਾਂਦੀ ਹੈ। ਇਹ ਸੀ ਕੈਪੀਟਲ ਫਾਰਮੇਸ਼ਨ ਦੀ ਪ੍ਰੋਸੈਸ, ਜਿਹੜੀ ਕੈਪੀਟਲ ਦੀ ਸਪਲਾਈ ਅਤੇ ਕੈਪੀਟਲ ਦੀ ਡਿਮਾਂਡ 'ਤੇ ਡਿਪੈਂਡ ਕਰਦੀ ਹੈ। ਇਹ ਦੋ ਫੈਕਟਰਸ ਦੇ ਨਾਲ ਕੈਪੀਟਲ ਫਾਰਮੇਸ਼ਨ ਆ ਜਿਹੜੀ ਉਹ ਹੁੰਦੀ ਹੈ। ਇਸ ਦੇ ਨਾਲ ਸਾਡਾ ਅੱਜ ਚੈਪਟਰ ਹੈ ਜੋ ਇਹ ਟੌਪਿਕ ਹੈ ਜੋ ਕੰਪਲੀਟ ਹੁੰਦਾ ਹੈ। ਅਤੇ ਜੇ ਕਿਸੇ ਦੀ ਕੋਈ ਡਾਊਟ, ਕੋਈ ਕੁਐਰੀ ਹੋਈ ਤਾਂ ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ, ਵਟਸਐਪ ਗਰੁੱਪ 'ਚ ਵੀ ਪੁੱਛ ਸਕਦੇ ਹੋ। ਕੱਲ੍ਹ ਅਸੀਂ ਨਵਾਂ ਟੌਪਿਕ ਜਿਹੜਾ ਸ਼ੁਰੂ ਕਰਾਂਗੇ। ਥੈਂਕ ਯੂ ਸੋ ਮੱਚ।